किताब विपरन की रीत तो सच दा मार्ग भाग 14वां तीजे कांड दा 13वां भाग आरती। लेखक गुरबख्श सिंह काला अफगाना, आवाज़ गुरजंट सिंह रूपवाली। वाहिगुरू जी का खालसा वाहिगुरू जी की फतेह। ज्यों कूकर हर काया धावै दह दिश जाए, लोभी जंत ना जानई भख अपख सब खाए। काम क्रोध मद व्याप्या फिर ਜੂਨੀ ਪਾਏ। ਪੰਨਾ 50। ਲੋਭੀ ਮਨੁੱਖ ਕਿਸੇ ਦਾ ਮਿੱਤਰ ਨਹੀਂ ਅਤੇ ਉਸ ਨੂੰ ਕਿਸੇ ਧਰਮ ਅਸਥਾਨ ਦੀ ਪਵਿੱਤਰਤਾ ਅਤੇ ਸ਼ੁੱਧਤਾ ਨਾਲ ਕੋਈ ਵਾਸਤਾ ਨਹੀਂ। ਮਾਇਆ ਹੀ ਉਸ ਦਾ ਸਭ ਕੁਝ ਹੁੰਦੀ ਹੈ। ਮਾਇਆ ਦੀ ਉਗਰਾਈ ਕਿਵੇਂ ਹੋ ਸਕਦੀ ਹੈ? ਉਸ ਲਈ ਇਹੀ ਸੋਚ ਉਸ ਦਾ ਧਰਮ ਹੈ ਅਤੇ ਇਹੋ ਵਿਚਾਰ ਉਸ ਦੀ ਜ਼ਿੰਦਗੀ ਦਾ ਮੰਤਵ ਰਹਿ ਗਿਆ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਫਤਵਾ ਹੈ, ਜਹਾਂ ਲੋਭ ਤਹਿ ਕਾਲ। ਪੰਨਾ 1372। ਲੋਭੀ ਮਨੁੱਖ ਦੀ ਆਤਮਕ ਮੌਤ ਹੋ ਚੁੱਕੀ ਹੁੰਦੀ ਹੈ। ਲਾਭ ਹੁੰਦਾ ਹੋਵੇ ਤਾਂ ਲੋਭੀ ਮਨੁੱਖ ਕਿਸੇ ਵੀ ਪਾਪ ਕਰਮ ਤੋਂ ਨਹੀਂ ਝਿਜਕਦਾ। ਦੇਵਤੇ ਨੂੰ ਵਰਤ ਕੇ ਵੱਧ ਤੋਂ ਵੱਧ ਮਾਇਆ ਠੱਗਣ ਲਈ ਹੀ ਪੂਜਾ ਅਰਚਾ ਵੰਦਨਾ ਅਥਵਾ ਦਾਨ ਪੁੰਨ ਦਾ ਜਾਲ ਵਿਛਾ ਲੈਣ ਨਾਲ ਸਭ ਤੋਂ ਦੁਖਦਾਈ ਅਤੇ ਪਰਮਾਤਮਾ ਦੀ ਹੇਠੀ ਕਰਨ ਵਾਲਾ ਕਰਮ ਆਰਤੀ ਕਰਨ ਦੀ ਮਰਿਆਦਾ ਵੀ ਬ੍ਰਾਹਮਣ ਦੀ ਹੀ ਲੰਬਟੀ ਰੁਚੀ ਦੀ ਦੇਣ ਹੈ। ਜਿਸ ਢੰਗ ਦਾ ਅਸਰ ਅਗਿਆਨੀ ਸ਼ਰਧਾਲੂ ਦੇ ਮਨ ਤੇ ਆਰਤੀ ਵਾਲਾ ਡਰਾਮਾ ਪਾਉਂਦਾ ਹੈ, ਇੰਨਾ ਡੂੰਘਾ ਅਸਰ ਹੋਰ ਕਿਸੇ ਪੂਜਾ ਪਾਠ ਨਾਲ ਨਹੀਂ ਪੈਂਦਾ। ਅੱਗੇ ਚੱਲਣ ਤੋਂ ਪਹਿਲਾਂ ਇਹ ਸਮਝ ਲਈਏ ਕਿ ਆਰਤੀ ਦਾ ਬ੍ਰਾਹਮਣੀ ਅਰਥ ਭਾਵ ਕੀ ਹੈ। ਮਹਾਨ ਕੋਸ਼ ਦੇ 104 ਸਫ਼ੇ ਤੇ ਆਰਤੀ ਦੀ ਵਿਆਖਿਆ ਇਹਨਾਂ ਸ਼ਬਦਾਂ ਵਿੱਚ ਕੀਤੀ ਹੋਈ ਹੈ। ਦੇਵਤੇ ਦੀ ਮੂਰਤੀ ਅਥਵਾ ਕਿਸੇ ਪੂਜਨੀਕ ਅੱਗੇ ਦੀਵੇ ਘੁਮਾ ਕੇ ਪੂਜਨ ਕਰਨਾ। ਆਰਤੀ ਦਿਨ ਨੂੰ ਵੀ ਕੀਤੀ ਜਾਂਦੀ ਹੈ, ਇਸ ਲਈ ਅਰਾਤਰਿਕ ਸੰਗਿਆ ਹੈ। ਹਿੰਦੂ ਮਤ ਅਨੁਸਾਰ 4 ਵਾਰ ਚਰਨਾਂ ਅੱਗੇ, 2 ਵਾਰ ਨਾਭ ਤੇ, 1 ਵਾਰ ਮੂੰਹ ਉੱਤੇ ਅਤੇ 7 ਵਾਰ ਸਾਰੇ ਸਰੀਰ ਉੱਪਰ ਦੀਵੇ ਘੁਮਾਉਣੇ ਚਾਹੀਦੇ ਹਨ। ਅਰ ਦੀਵੇ 1 ਤੋਂ ਲੈ ਕੇ 100 ਤੀਕ ਜਗਾਉਣੇ ਵਿਧਾਨ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਦਾ ਨਿਸ਼ੇਧ ਕਰਕੇ ਕਰਤਾਰ ਦੀ ਪ੍ਰਕਿਰਤਕ ਕੁਦਰਤ ਦੀ ਮਹਿਮਾ ਦੱਸੀ ਹੈ। ਥਾਲੀ ਵਿੱਚ ਦੀਵੇ ਰੱਖ ਕੇ ਭਗਵਾਨ ਦੀ ਆਰਤੀ ਕਰਨ ਦਾ ਸਿੱਧਾ ਅਰਥ ਹੈ ਭਗਵਾਨ ਨੂੰ ਨੀਵਾਂ ਕਰਨਾ। ਉਸ ਦੀ ਬੇਅੰਤਤਾਈ ਨੂੰ ਥਾਲੀ ਵਿੱਚ ਪਾ ਕੇ ਉਸ ਦੇ ਅੱਗੇ ਫੇਰਨ ਦੀ ਕਲਪਨਾ ਭਗਵਾਨ ਦੀ ਪੂਜਾ ਭਾਵ ਆਦਰ ਨਹੀਂ, ਸਗੋਂ ਧਾਰਮਿਕ ਨਰਾਦਰੀ ਹੈ। ਮਹਾਰਾਜੇ ਨੂੰ ਮੀਆਂ ਕਹਿ ਕੇ ਬੁਲਾਉਣ ਨਾਲੋਂ ਵੀ ਕਰੋੜਾਂ ਗੁਣਾ ਨੀਵੀਂ ਗੱਲ ਹੈ। ਬਿਲਾਵਲ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ, ਜਿਸ ਵਿੱਚ ਅਕਾਲ ਪੁਰਖ ਦੀ ਬੇਅੰਤਤਾਈ ਦਾ ਜ਼ਿਕਰ ਬੜੇ ਹੀ ਪ੍ਰਭਾਵਸ਼ਾਲੀ ਸ਼ਬਦਾਂ ਦੁਆਰਾ ਕੀਤਾ ਹੈ। ਪਰ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਇਉਂ ਕਿਹਾ ਹੈ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੇਂ ਰਹੂੰ ਰਜ਼ਾਈ। ਰਹਾ। ਪੰਨਾ 795। ਅਰਥ, ਹੇ ਪ੍ਰਭੂ, ਤੇਰੀ ਸਿਫਤ ਸਲਾਹ ਕਰਕੇ ਮੈਂ ਤੇਰੀ ਵਡਿਆਈ ਨਹੀਂ ਕਰ ਰਿਹਾ। ਇਹ ਤਾਂ ਇਉਂ ਹੀ ਹੈ ਕਿ ਤੂੰ ਸ਼ਹਿਨਸ਼ਾਹ ਹੈ ਤੇ ਮੈਂ ਤੈਨੂੰ ਮੀਆਂ ਆਖ ਰਿਹਾ ਹਾਂ। ਹੇ ਮਾਲਕ ਪ੍ਰਭੂ, ਸਿਫਤ ਸਲਾਹ ਕਰਨ ਦਾ ਜਿਤਨਾ ਕੋ ਬਲ ਤੂੰ ਦਿੰਦਾ ਹੈ, ਮੈਂ ਉਤਨਾ ਕੋ ਤੇਰੇ ਗੁਣ ਆਖ ਲੈਂਦਾ ਹਾਂ। ਮੈਂ ਮੂਰਖ ਕੋਲੋਂ ਤੇਰੇ ਗੁਣ ਕਥਨ ਨਹੀਂ ਕੀਤੇ ਜਾ ਸਕਦੇ। ਹੇ ਰਜ਼ਾ ਦੇ ਮਾਲਕ ਪ੍ਰਭੂ, ਤੂੰ ਸਦਾ ਕਾਇਮ ਰਹਿਣ ਵਾਲਾ ਹੈ। ਮੈਨੂੰ ਅਜਿਹੀ ਸਮਝ ਬਖਸ਼ ਕਿ ਮੈਂ ਤੇਰੀ ਸਿਫਤ ਸਲਾਹ ਕਰ ਸਕਾਂ, ਤਾਂ ਜੋ ਮੈਂ ਤੇਰੇ ਚਰਨਾਂ ਵਿੱਚ ਟਿਕਿਆ ਰਹਿ ਸਕਾਂ। ਬੜੀ ਹੀ ਨਿਮਰਤਾ ਵਾਲੇ ਇਹ ਬਚਨ ਕਹਿ ਕੇ ਫਿਰ ਅੱਗੇ ਜੋ ਸਿਰਜਣਹਾਰ ਮਾਲਕ ਦੀ ਵਡਿਆਈ ਵਿੱਚ ਫਰਮਾਨ ਕੀਤਾ, ਉਸ ਦੀ ਤੁਲਨਾ ਲੱਭਣੀ ਸੌਖੀ ਨਹੀਂ ਹੈ। ਜੋ ਕਿਛ ਹੋਆ ਸਭ ਕਿਛ ਤੁਝ ਤੇ, ਤੇਰੀ ਸਭ ਅਸਨਾਈ, ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ। ਮੈਂ ਅੰਧੁਲੇ ਕਿਆ ਚਤੁਰਾਈ, ਕਿਆ ਹੋਂ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨ ਕਥ ਨਾ ਜਾਈ, ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ। ਏਤੇ ਕੂਕਰ ਹੋਂ ਬੇਗਾਨਾ, ਭੌਂਕਾਂ ਇਸ ਤਨ ਤਾਈ, ਭਗਤਹੀਣ ਨਾਨਕ ਜੇ ਹੋਏਗਾ, ਤਾਂ ਖਸਮੇ ਨਾਉ ਨਾ ਜਾਈ। ਪੰਨਾ 795। ਅਰਥ, ਇਹ ਜਿੰਨਾ ਕੋ ਸੰਸਾਰ ਬਣਿਆ ਹੋਇਆ ਹੈ, ਇਹ ਸਾਰਾ ਤੈਥੋਂ ਹੀ ਬਣਿਆ ਹੈ। ਇਹ ਸਾਰਾ ਤੇਰਾ ਹੀ ਵਡੱਪਣ ਹੈ।
हे ਮਾਲਕ ਪ੍ਰਭੂ, ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ। ਮੈਂ ਅੰਨ੍ਹਾ ਹਾਂ, ਤੁਛ ਬੁੱਧੀ ਹਾਂ। ਮੇਰੇ ਵਿੱਚ ਕੋਈ ਐਸੀ ਸਿਆਣਪ ਨਹੀਂ ਹੈ ਕਿ ਮੈਂ ਤੇਰੇ ਗੁਣਾਂ ਦਾ ਅੰਤ ਜਾਣ ਸਕਾਂ। ਮੈਂ ਤੇਰੇ ਗੁਣ ਬਿਲਕੁਲ ਨਹੀਂ ਕਹਿ ਸਕਦਾ। ਤੇਰੇ ਗੁਣ ਆਖ ਆਖ ਕੇ ਜਦੋਂ ਮੈਂ ਵੇਖਦਾ ਹਾਂ ਤਾਂ ਮੈਨੂੰ ਸਮਝ ਆਉਂਦੀ ਹੈ ਕਿ ਤੇਰਾ ਸਰੂਪ ਕਹਿਣ ਤੋਂ ਪਰੇ ਹੈ। ਮੈਂ ਕਥਨ ਕਰਨ ਜੋਗਾ ਨਹੀਂ ਹਾਂ। ਜੇ ਤੈਨੂੰ ਭਾ ਜਾਵੇ ਤਾਂ ਮੈਂ ਤੇਰੀ ਰਤਾ ਮਾਤਰ ਹੀ ਵਡਿਆਈ ਆਖ ਸਕਦਾ। ਹੇ ਪ੍ਰਭੂ, ਇੱਥੇ ਕਾਮਾਦਿਕ ਅਨੇਕਾਂ ਕੁੱਤੇ ਹਨ। ਮੈਂ ਇਹਨਾਂ ਵਿੱਚ ਓਪਰਾ ਆ ਫਸਿਆ ਹਾਂ। ਜਿੰਨੀ ਤੇਰੀ ਸਿਫਤ ਸਲਾਹ ਕਰਦਾ ਹਾਂ, ਉਹ ਵੀ ਮੈਂ ਆਪਣੇ ਇਸ ਸਰੀਰ ਨੂੰ ਕਾਮਾਦਿਕ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੀ ਹਾਂ। ਮੈਨੂੰ ਇਹ ਧਰਵਾਸਾ ਹੈ, ਜੋ ਤੇਰਾ ਦਾਸ ਨਾਨਕ ਭਗਤੀ ਤੋਂ ਸਖਣਾ ਵੀ ਹੈ, ਤਾਂ ਵੀ ਤੂੰ ਮੇਰੇ ਸਿਰ ਤੇ ਰਾਖਾ ਮੇਰਾ ਖਸਮ ਹੈ, ਤੇ ਤੈਂ ਖਸਮ ਦੀ ਇਹ ਸ਼ੋਭਾ ਦੂਰ ਨਹੀਂ ਹੋ ਗਈ ਕਿ ਤੂੰ ਮੁੱਢ ਕਦੀਮਾਂ ਤੋਂ ਸ਼ਰਨ ਆਏ ਦੀ ਸਹਾਇਤਾ ਕਰਦਾ ਆਇਆ ਹੈ। ਧੰਨ ਹਨ ਗੁਰਦੇਵ ਜੀ, ਜਿਨ੍ਹਾਂ ਕਾਦਰ ਦੀ ਬੇਅੰਤਤਾਈ ਦਾ ਵਿਸਥਾਰ ਕਥਨ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ, ਪਰ ਇਸ ਕਥਨ ਨੂੰ ਵੀ ਸੁਲਤਾਨ ਨੂੰ ਮੀਆਂ ਕਹਿਣ ਤੁਲ ਸਮਝਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਜਗਨਨਾਥਪੁਰੀ ਗਏ ਤਾਂ ਉੱਥੋਂ ਦਾ ਰਾਜਾ ਸਤਿਗੁਰਾਂ ਨੂੰ ਜਗਨਨਾਥ ਕ੍ਰਿਸ਼ਨ ਮੂਰਤੀ ਦੀ ਆਰਤੀ ਉਤਾਰਨ ਲਈ ਮੰਦਰ ਲੈ ਵੜਿਆ। ਬ੍ਰਾਹਮਣਾਂ ਦੀ ਮਿੱਥੀ ਮਰਜ਼ਾਦਾ ਅਨੁਸਾਰ ਆਰਤੀ ਕੀਤੀ ਜਾਣ ਲੱਗ ਪਈ। ਸੋਨੇ ਦੇ ਥਾਲ ਵਿੱਚ ਹੀਰੇ ਮੋਤੀ ਪਾਏ ਹੋਏ ਹਨ। ਵਿਚਕਾਰ ਚੌਮੁਖੀਏ ਦੀਵੇ ਵਿੱਚ ਘਿਓ ਪਾ ਕੇ 4 ਬੱਤੀਆਂ ਜਗਾਈਆਂ ਹੋਈਆਂ ਹਨ। ਧੂਪ ਧੁਖ ਰਹੀ ਹੈ। ਚਾਂਦੀ ਦੀ ਰਕੇਬੀ ਵਿੱਚ ਸੰਦਲ ਬੂਰ ਪਿਆ ਹੈ। ਉਸ ਦੇ ਉੱਤੇ ਮੁਸ਼ਕ ਕਫੂਰ ਦੀ ਡਲੀ ਰੱਖ ਕੇ ਅੱਗ ਲਾਈ ਹੋਈ ਹੈ। ਮੂਰਤੀ ਤੇ ਚੌਰ ਹੋ ਰਿਹਾ ਹੈ। ਢੋਲਕੀ, ਛੈਣੇ, ਬੀਨ ਆਦਿ ਵੱਜਣ ਲੱਗ ਪਈ। ਗੁਰੂ ਨਾਨਕ ਸਾਹਿਬ ਜੀ ਮਲਕੜੇ ਬਾਹਰ ਖੁੱਲੇ ਮੈਦਾਨ ਵਿੱਚ ਆ ਬਿਰਾਜੇ। ਆਰਤੀ ਖਤਮ ਹੋ ਗਈ ਤਾਂ ਰਾਜੇ ਨੇ ਆ ਕੇ ਸਤਿਗੁਰਾਂ ਤੋਂ ਪੁੱਛਿਆ ਕਿ ਉਹ ਬਚਨ ਕਰਕੇ ਵੀ ਜਗਨਨਾਥ ਦੀ ਆਰਤੀ ਵਿੱਚ ਸ਼ਾਮਲ ਨਹੀਂ ਹੋਏ। ਸਤਿਗੁਰਾਂ ਨੇ ਫਰਮਾਇਆ ਕਿ ਉਹ ਤਾਂ ਜਗਤ ਦੇ ਨਾਥ ਦੀ ਆਰਤੀ ਕਰ ਰਹੇ ਹਨ, ਪਰ ਪਾਣਿਆਂ ਸਮੇਤ ਤੁਸਾਂ ਕਿਸੇ ਨੇ ਵੀ ਜਗਨਨਾਥ ਦੀ ਆਰਤੀ ਨਹੀਂ ਕੀਤੀ। ਰਾਜੇ ਨੇ ਆਪਣੇ ਸਾਥੀ ਪਾਂਡਿਆਂ ਵੱਲ ਵੇਖਿਆ ਤਾਂ ਸਾਰਿਆਂ ਨੇ ਕਿਹਾ ਕਿ ਉਹਨਾਂ ਸਾਰਿਆਂ ਨੇ ਜਗਨਨਾਥ ਦੀ ਆਰਤੀ ਉਤਾਰੀ ਹੈ, ਪਰ ਗੁਰੂ ਨਾਨਕ ਦੇਵ ਜੀ ਜਾਣ ਬੁੱਝ ਕੇ ਆਰਤੀ ਵਿੱਚ ਸ਼ਾਮਲ ਨਹੀਂ ਹੋਏ। ਸਤਿਗੁਰਾਂ ਨੇ ਬਚਨ ਕੀਤਾ ਕਿ ਜਗਤ ਦੇ ਨਾਥ ਦੀ ਆਰਤੀ ਮਨੁੱਖ ਭਲਾ ਕਿਵੇਂ ਉਤਾਰ ਸਕਦਾ ਹੈ। ਉਸ ਕਰਤਾਰ ਦੀ ਆਰਤੀ ਤਾਂ ਸਾਰਾ ਬ੍ਰਹਿਮੰਡ ਨਿਰੰਤਰ ਕਰ ਰਿਹਾ ਹੈ। ਸਤਿਗੁਰਾਂ ਨੇ ਧਨਾਸਰੀ ਰਾਗ ਵਿੱਚ ਸ਼ਬਦ ਉਚਾਰਿਆ, ਜੋ ਸੋਹਲੇ ਜੀ ਦਾ ਪਾਠ ਕਰਨ ਸਮੇਂ ਸਾਰੇ ਨਿਤਨੇਮੀ ਪੜ੍ਹਦੇ ਹਨ। ਗਗਨ ਮੈਂ ਥਾਲ, ਰਾਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਬਰੋ ਕਰੇ, ਸਗਲ ਬਨਰਾਏ ਫੂਲੰਕ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾਂ ਸ਼ਬਦ ਵਾ ਜੰਤ ਭੇਰੀ ਰਹਾਉ। ਪੰਨਾ 663। ਉਪਰੋਕਤ ਗੁਰੂ ਸ਼ਬਦ ਵਿੱਚ ਵਰਣਨ ਪਰਮਾਤਮਾ ਦੀ ਆਰਤੀ ਵਿਚਲੀ ਸਮੱਗਰੀ ਦੇ ਕਰਮਵਾਰ ਬਦਲਦਾ ਹੇਠਾਂ ਲਿਖਿਆ ਵੇਰਵਾ ਦੇ ਕੇ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਕਿ ਆਪਣੇ ਭਗਵਾਨਾਂ ਅਤੇ ਦੇਵੀ ਦੇਵਤਿਆਂ ਦੀ ਹੇਠੀ ਕਰਨ ਗਿੱਝੇ ਹੋਏ ਬਿੱਪਰ ਜੀ ਨੇ ਇਸ ਆਰਤੀ ਪਖੰਡ ਨਾਲ ਸਿਰਜਣਹਾਰ ਦੀ ਕਿਵੇਂ ਘਟੀਆ ਮਸ਼ਕਰੀ ਕਰਨੀ ਆਰੰਭੀ ਹੋਈ ਹੈ। ਨੰਬਰ 1, ਅਨੰਤ ਵਿਸਥਾਰ ਵਾਲੀ ਸ੍ਰਿਸ਼ਟੀ ਦੇ ਸਾਰੇ ਆਕਾਸ਼, ਆਸਮਾਨ ਅਥਵਾ ਸਾਰੇ ਪੁਲਾੜ ਰੂਪੀ ਥਾਲ ਦੇ ਥਾਂ ਇੱਕ ਛੋਟੀ ਜੀ ਥਾਲ ਫੜ ਲਈ। ਨੰਬਰ 2, ਪੁਲਾੜ ਵਿਚਲੇ ਅਰਬਾਂ ਖਰਬਾਂ ਤਾਰਿਆਂ ਦੇ ਥਾਂ ਧਰਤੀ ਦੀ ਮੈਲ, ਗਿਣਤੀ ਦੇ ਹੀਰੇ ਮੋਤੀ, ਮੈਲਾ ਮੋਤੀ, ਮੈਲਾ ਹੀਰ। ਪੰਨਾ 1158। ਨੰਬਰ 3, ਅਥਾਹ ਅਤੇ ਅਪਾਰ ਪੁਲਾੜ ਵਿਚਲੇ ਅਣਗਿਣਤ ਸੂਰਜ ਅਤੇ ਚਾਂਦਰ ਪ੍ਰਕਾਸ਼ ਰੂਪ ਪ੍ਰਭੂ ਦੀ ਜੋਤ ਤੋਂ ਚਾਨਣਾ ਲੈ ਕੇ ਨਿਰੰਤਰ ਜਗਮਗਾ ਰਹੇ ਹੋਣ, ਉਹਨਾਂ ਦੇ ਥਾਂ 1 ਜਾਂ 100 ਮਿੱਟੀ ਦੇ ਦੀਵੇ। ਨੰਬਰ 4, ਅਥਾਹ ਰੱਬੀ ਜੋਤ ਦੇ ਅਥਾਹ ਪ੍ਰਕਾਸ਼ ਦੇ ਥਾਂ ਦੀਵਿਆਂ ਦੀ ਮਾਮੂਲੀ ਜਿਹੀ ਲੋ ਦੇ ਸਕਣ ਵਾਲਾ ਘਿਓ ਰੂੰ ਦੀਆਂ ਬੱਤੀਆਂ ਵਿੱਚ ਜਗਾ ਲਿਆ। ਨੰਬਰ 5, ਚੰਦਨ ਦੇ ਰੁੱਖਾਂ ਨਾਲ ਭਰੇ ਮੱਲਿਆ ਪਹਾੜ ਵੱਲੋਂ ਸੁਗੰਧੀ ਭਰੀ ਖੁਸ਼ਬੂਆਂ ਖਿਲਾਰਦੀ ਆ ਰਹੀ ਹਵਾ ਦੇ ਥਾਂ ਥੋੜਾ ਜਿਹਾ ਧੂਪ ਤੇ ਮੁਸ਼ਕ ਕਪੂਰ। ਨੰਬਰ 6, ਜਿੱਥੇ ਸਾਰੀ ਸ੍ਰਿਸ਼ਟੀ ਵਿੱਚ ਚੱਲਣ ਵਾਲੀ ਹਵਾ ਚੌਰ ਕਰ ਰਹੀ ਹੈ, ਉੱਥੇ ਥੋੜੇ ਜਿਹੇ ਵਾਲਾਂ ਦਾ ਮਾੜਾ ਜਿਹਾ ਮੈਲਾ ਚੌਰ ਫੜ ਲਿਆ।
ਨੰਬਰ 7, ਜਿੱਥੇ ਸ੍ਰਿਸ਼ਟੀ ਦੀਆਂ ਅਣਗਿਣਤ ਧਰਤੀਆਂ ਦੀ ਅਥਾਹ ਬਨਸਪਤੀ ਜੋਤ ਰੂਪ ਪ੍ਰਭੂ ਦੀ ਆਰਤੀ ਲਈ ਫੁੱਲ ਦੇ ਰਹੀ ਹੈ, ਉੱਥੇ ਥੋੜ੍ਹੇ ਜਿਹੇ ਫੁੱਲ ਲਿਆ ਰੱਖੇ। ਨੰਬਰ 8, ਜਿੱਥੇ ਅਨੰਤ ਜੀਵਾਂ ਵਿੱਚ ਰੁਮਕ ਰਹੀ ਇੱਕ ਰਸ ਜੀਵਨ ਰੌਂ ਪ੍ਰਭੂ ਦੀ ਆਰਤੀ ਵਾਸਤੇ ਮਾਨੋ ਨਗਾਰੇ ਦੀ ਅਥਾਹ ਗੁੰਜਾਰ ਪੈ ਰਹੀ ਹੋਵੇ, ਉੱਥੇ ਪਾਂਡਿਆਂ ਦੀ ਢੋਲਕੀ ਅਤੇ ਛੈਣੇ ਕੀ ਅਰਥ ਰੱਖਦੇ ਹਨ। ਸਤਿਗੁਰਾਂ ਨੇ ਤਾਂ ਪ੍ਰਭੂ ਦੀ ਵਡਿਆਈ ਵਿੱਚ ਉਚਾਰੇ ਬੜੇ ਕੀਮਤੀ ਬਚਨਾਂ ਨੂੰ ਵੀ ਪਰਮਾਤਮਾ ਦੀ ਤੁੱਛ ਵਡਿਆਈ ਸਮਝ ਕੇ ਸੁਲਤਾਨ ਨੂੰ ਮੀਆਂ ਕਹਿਣ ਦਾ ਦੋਸ਼ ਮੰਨਿਆ ਹੈ। ਇੱਧਰ ਸੁਲਤਾਨਾਂ ਦੇ ਸੁਲਤਾਨ ਨੂੰ ਮਾਮੂਲੀ ਜਿਹੇ ਮਨੁੱਖ ਦੇ ਤੁੱਲ ਲੈ ਆਉਣ ਵਾਲੇ ਪਾਖੰਡ ਨੂੰ ਪ੍ਰਭੂ ਦੀ ਵਡਿਆਈ ਦਾ ਨਾਮ ਦਿੱਤਾ ਜਾ ਰਿਹਾ ਹੈ। ਪੁਰੋਹਿਤ ਨੇ ਆਪਣੀ ਤ੍ਰਿਸ਼ਨਾ ਪੂਰਤੀ ਦੀ ਯੋਜਨਾ ਵਿੱਚ ਲੋਕਾਂ ਦੇ ਮਨਾਂ ਨੂੰ ਭਰਮਾਉਣ ਲਈ ਪਾਖੰਡ ਰਚਾਇਆ ਸੀ। ਕੁਟਲ ਵਿਪਰੀ ਰੀਤ ਦੁਆਰਾ ਸਿਰਜਣਹਾਰ ਨਾਲ ਕੀਤੀ ਜਾ ਰਹੀ ਮਸ਼ਕਰੀ ਨੂੰ ਪ੍ਰਭੂ ਦੀ ਆਰਤੀ ਭਾਵ ਆਦਰ ਕਰਨ ਦੀ ਮਰਜ਼ਾਦਾ ਬਣਾ ਲਿਆ। ਫਿਰ ਵੱਡੀ ਦਲੇਰੀ ਭਰਿਆ ਬ੍ਰਾਹਮਣ ਦਾ ਕਾਰਾ ਇਹ ਹੈ ਕਿ ਦੀਵਿਆਂ ਵਾਲੀ ਜਿਸ ਥਾਲੀ ਨੂੰ ਭਗਵਾਨ ਦੀ ਆਰਤੀ ਵਿੱਚ ਵਰਤਦਾ ਹੈ, ਉਸੇ ਤਰ੍ਹਾਂ ਦੇ ਦੀਵਿਆਂ ਵਾਲੀ ਥਾਲੀ ਕਿਸੇ ਸਾਕ ਸੰਬੰਧੀ ਦੀ ਜਾਂ ਕਿਸੇ ਹੋਰ ਪ੍ਰਤਿਸ਼ਠ ਮਨੁੱਖ ਦੀ ਆਰਤੀ ਪੂਜਾ ਕਰਨ ਲਈ ਵਰਤਦਾ ਹੈ। ਕਰਤੇ ਨੂੰ ਮਨੁੱਖ ਤੋਂ ਵੀ ਨੀਵਾਂ ਕਰਦਾ ਹੋਇਆ ਪੁਜਾਰੀ ਭਗਵਾਨ ਦੀ ਵਡਿਆਈ ਕਹਿ ਰਿਹਾ ਹੈ। ਭਾਵ ਜਿਵੇਂ ਕਿਸੇ ਮਨੁੱਖ ਨੂੰ ਉੱਲੂ ਬਣਾਉਣ ਲਈ ਉਸ ਦੀ ਝੋਲੀ ਚੁੱਕਦਾ ਹੈ, ਉਹੀ ਵਿਹਾਰ ਪੁਰੋਹਿਤ ਆਪਣੇ ਭਗਵਾਨ ਨਾਲ ਕਰਦਾ ਹੈ। ਉਸ ਤੋਂ ਵੀ ਵੱਧ ਦੁਖਦਾਈ ਪਾਣਾ ਆਪਣੇ ਇਸ਼ਟ ਨਾਲ ਘਟੀਆ ਕਿਸਮ ਦਾ ਵਿਹਾਰ ਕਰਨ ਵਿੱਚ ਗੁਰੂ ਦਾ ਸਿੱਖ ਬ੍ਰਾਹਮਣ ਨੂੰ ਵੀ ਕੋਹਾਂ ਪਿੱਛੇ ਛੱਡ ਤੁਰਿਆ ਹੈ। ਸੈਂਕੜੇ ਮੀਲਾਂ ਦਾ ਬਿਖੜਾ ਪੈਂਡਾ ਝਾਗ ਕੇ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੀ ਪਵਿੱਤਰ ਪੁਰੀ ਜਗਨਨਾਥਪੁਰੀ ਵਿੱਚ ਪੁੱਜੇ। ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਉੱਥੋਂ ਦੇ ਰਾਜੇ ਦੇ ਹੁਕਮ ਵਿਰੁੱਧ ਭਗਵਾਨ ਦੀ ਹੋ ਰਹੀ ਪਖੰਡ ਆਰਤੀ ਸਮੇਂ ਮੰਦਰ ਵਿੱਚੋਂ ਬਾਹਰ ਆ ਗਏ। ਉੱਥੋਂ ਦਿਆਂ ਲੋਕਾਂ ਨੂੰ ਸਿਰਜਣਹਾਰ ਦੀ ਸਦਾ ਤੋਂ ਹੋ ਰਹੀ ਅਪਾਰ ਆਰਤੀ ਦਾ ਗਿਆਨ ਕਰਾਇਆ। ਸ਼ਰਮਨਾਕ ਭਾਣਾ ਇਹ ਵਰਤ ਰਿਹਾ ਹੈ ਕਿ ਸਤਿਗੁਰਾਂ ਨੇ ਜਿਸ ਆਰਤੀ ਨੂੰ ਫੋਕਾ ਪਾਖੰਡ ਕਹਿ ਕੇ ਖੰਡਨ ਕੀਤਾ ਸੀ, ਧੂਪ ਦੀਵਿਆਂ ਆਦ ਵਾਲੀ ਉਹੀ ਥਾਲੀ ਫੜ ਕੇ ਉਸੇ ਸਤਿਗੁਰੂ ਜੀ ਦੀ ਉਹੀ ਵਰਜਿਤ ਆਰਤੀ ਪੂਜਾ ਕਰਨੀ ਆਰੰਭ ਕਰ ਦਿੱਤੀ। ਭਾਵੇਂ ਸਾਡੇ ਗੁਰੂ ਘਰਾਂ ਵਿੱਚ ਨਹੀਂ, ਪਰ ਹਜੂਰ ਸਾਹਿਬ ਤੋਂ ਲੈ ਕੇ ਕਈ ਗੁਰੂ ਘਰਾਂ ਵਿੱਚ ਅਤੇ ਖਾਸ ਤੌਰ ਤੇ ਸਾਧ ਡੇਰਿਆਂ ਵਿੱਚ ਉਹੀ ਥਾਲੀ ਜੋ ਜਗਨਨਾਥ ਜੀ ਦੀ ਮੂਰਤੀ ਦੇ ਸਾਹਮਣੇ ਘੁਮਾਈ ਜਾ ਰਹੀ ਸੀ, ਦਸਾਂ ਗੁਰਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸਾਹਮਣੇ ਘੁਮਾਈ ਜਾ ਰਹੀ ਹੁੰਦੀ ਹੈ। ਜਿਸ ਆਰਤੀ ਦੀ ਖੰਡਨਾ ਜਿਨ੍ਹਾਂ ਗੁਰਬਾਣੀ ਸ਼ਬਦਾਂ ਵਿੱਚ ਕੀਤੀ ਹੋਈ ਹੈ, ਉਹੀ ਸ਼ਬਦ ਉਸੇ ਸਤਿਗੁਰ ਜੀ ਦੇ ਦਰਬਾਰ ਵਿੱਚ ਪਖੰਡ ਆਰਤੀ ਸਮੇਂ ਗਾਏ ਜਾ ਰਹੇ ਹੁੰਦੇ ਹਨ। ਬ੍ਰਾਹਮਣ ਨੇ ਤਾਂ ਆਰਤੀ ਵਾਲੇ ਮੰਤਰਾਂ ਵਿੱਚ ਆਰਤੀ ਕਰਨ ਨੂੰ ਵਡਿਆਇਆ ਹੋਇਆ ਹੈ, ਪਰ ਇੱਧਰ ਜਿਨ੍ਹਾਂ ਗੁਰੂ ਸ਼ਬਦਾਂ ਵਿੱਚ ਜਿਸ ਆਰਤੀ ਅਡੰਬਰ ਦੀ ਮਨਾਹੀ ਕੀਤੀ ਹੋਈ ਹੈ, ਉਹੀ ਸ਼ਬਦ ਗਾ ਕੇ ਮਾਨੋ ਸਤਿਗੁਰਾਂ ਨੂੰ ਉਹਨਾਂ ਦੀ ਬੇਵਸਤਾ ਅਥਵਾ ਬੇਚਾਰਗੀ ਦਾ ਅਨੁਭਵ ਕਰਾਇਆ ਜਾ ਰਿਹਾ ਹੁੰਦਾ ਹੈ। ਆਰਤੀ ਪੂਜਾ ਸਮੇਂ ਗੁਰੂ ਦਰਬਾਰਾਂ ਵਿੱਚ ਗਾਏ ਜਾ ਰਹੇ ਗੁਰਬਾਣੀ ਸ਼ਬਦਾਂ ਦਾ ਵੇਰਵਾ। ਪਹਿਲਾ ਪਾਵਨ ਗੁਰਬਾਣੀ ਸ਼ਬਦ ਉੱਪਰ ਆ ਚੁੱਕਾ ਹੈ, ਗਗਨ ਮੈਂ ਥਾਲ ਰਾਵ ਚੰਦ। ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਓ। ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਲੈ ਛਟਕਾਰੇ। ਨਾਮ ਤੇਰਾ ਅੰਬੁਲਾ, ਨਾਮ ਤੇਰੋ ਚੰਦਨੋ, ਘਸ ਜਪੇ ਨਾਮ ਲੈ ਤੁਝੇ ਕੋ ਚਾਰੇ। ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ। ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ, ਭਾਰ 18 ਸਗਲ ਜੂਠਾਰੇ। ਤੇਰੋ ਕੀਆ ਤੁਝੇ ਕਿਆ ਅਰਪੋਂ, ਨਾਮ ਤੇਰਾ ਤੂੰ ਹੀ ਚਾਵਰ ਟੁਲਾਰੇ। 10 8 8 ਸਠੇ ਚਾਰੇ ਖਾਣੀ, ਇਹ ਵਰਤਨ ਹੈ ਸਗਲ ਸੰਸਾਰੇ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤ ਨਾਮ ਹੈ ਹਰ ਭੋਗ ਤੁਹਾਰੇ। ਪੰਨਾ 694। ਭਗਤ ਜੀ ਨੇ ਸ਼ਬਦ ਦੇ ਆਰੰਭ ਵਿੱਚ ਹੀ ਕਹਿ ਦਿੱਤਾ ਕਿ ਮੇਰੇ ਲਈ ਪ੍ਰਭੂ ਦੇ ਨਾਮ ਦਾ ਸਿਮਰਨ ਹੀ ਆਰਤੀ ਹੈ ਅਤੇ ਨਾਮ ਹੀ ਤੀਰਥਾਂ ਦਾ ਇਸ਼ਨਾਨ ਹੈ। ਪ੍ਰਭੂ ਨਾਮ ਨੂੰ ਹੀ ਸਭ ਕੁਝ ਦੱਸ ਕੇ ਬੜੇ ਸੋਹਣੇ ਢੰਗ ਨਾਲ ਬ੍ਰਾਹਮਣ ਦੀ ਮਿਥੀ ਹੋਈ ਆਰਤੀ ਦੀ
ਸਾਰੀ ਸਮੱਗਰੀ ਵਾਲੇ ਅਡੰਬਰ ਦੀ ਖੰਡਨਾ ਕੀਤੀ ਹੈ। ਇਸੇ ਤਰ੍ਹਾਂ ਹੀ ਸੁਣ ਸੰਧਿਆ ਤੇਰੀ ਦੇਵ ਦਵਾਕਰ, ਅਤਪਤ ਆਦ ਸਮਾਈ, ਸਿੱਧ ਸਮਾਦ ਅੰਤ ਨਹੀਂ ਪਾਇਆ, ਲਾਗ ਰਹੇ ਸ਼ਰਨਾਈ, ਲੇਹੋ ਆਰਤੀ ਹੋ ਪੁਰਖ ਨਰੰਜਨ, ਸਤਿਗੁਰ ਪੂਜੋ ਭਾਈ, ਠਾਂਡਾ ਬ੍ਰਹਮਾ ਨਿਗਮ ਵਿਚਾਰੇ, ਅਲਖ ਨ ਲਖਿਆ ਜਾਈ ਰਹਾਉ। ਤਤ ਤੇਲ ਨਾਮ ਕੀਆ ਬਾਤੀ, ਦੀਪਕ ਦੇਹ ਉਜਾਰਾ, ਜੋਤ ਲਾਏ ਜਗਦੀਸ਼ ਜਗਾਇਆ, ਬੂਝੇ ਬੂਝਣਹਾਰਾ, ਪੰਚੇ ਸ਼ਬਦ ਅਨਾਹਦ ਬਾਜੇ, ਸੰਗੇ ਸਾਰੰਗ ਪਾਣੀ, ਕਬੀਰ ਦਾਸ ਤੇਰੀ ਆਰਤੀ ਕੀਨੀ, ਨਿਰੰਕਾਰ ਨਿਰਬਾਨੀ। ਪੰਨਾ 1350। ਭਗਤ ਕਬੀਰ ਜੀ ਨੇ ਵੀ ਅਕਾਲ ਪੁਰਖ ਦੀ ਬੇਅੰਤਤਾਈ ਦਾ ਗਿਆਨ ਕਰਾ ਕੇ ਪ੍ਰਭੂ ਨਾਮ ਨੂੰ ਹੀ ਵੱਟੀ ਅਤੇ ਸਰੀਰ ਵਿੱਚ ਨਾਮ ਦੇ ਚਾਨਣੇ ਨੂੰ ਹੀ ਦੀਵਾ ਬਣਾਇਆ ਹੈ, ਅਤੇ ਸਰੀਰ ਦੀਵਾ ਜਗਤ ਦੇ ਮਾਲਕ ਪ੍ਰਭੂ ਦੀ ਜੋਤ ਦੁਆਰਾ ਜਾਗਰਿਆ ਦਰਸਾਇਆ ਹੈ। ਭਾਵ ਭਗਤ ਕਬੀਰ ਜੀ ਨੇ ਵੀ ਪੁਰੋਹਿਤ ਦੀ ਬਣਾਈ ਆਰਤੀ ਮਰਜ਼ਾਦਾ ਨੂੰ ਮੁੱਢੋਂ ਹੀ ਨਿਸਫਲ ਸਿੱਧ ਕੀਤਾ ਹੈ। ਭਗਤ ਧੰਨਾ ਜੀ ਜੱਟ ਖਾਨਦਾਨ ਵਿੱਚੋਂ ਸਨ। ਕਈ ਰਾਗੀ ਪ੍ਰਚਾਰਕ ਜੱਟਾਂ ਦੀ ਅਨੋਖੀ ਵਡਿਆਈ ਦੱਸਣ ਲਈ ਇਹ ਕਹਿ ਰਹੇ ਹੁੰਦੇ ਹਨ ਕਿ ਦੂਜੇ ਭਗਤਾਂ ਦੀ ਆਰਤੀ ਹੈ, ਪਰ ਜੱਟਾਂ ਦੇ ਭਗਤ ਧੰਨਾ ਜੀ ਦਾ ਆਰਤਾ ਹੈ। ਅਤੇ ਆਰਤੀ ਦੇ ਸ਼ਬਦਾਂ ਵਿੱਚ ਧਨਾਸਰੀ ਰਾਗ ਵਿਚਲਾ ਉਹ ਸ਼ਬਦ ਵੀ ਗਾਉਂਦੇ ਹਨ। ਉਸ ਪਾਵਨ ਸ਼ਬਦ ਦੀ ਪਹਿਲੀ ਤੁਕ ਹੈ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨ ਕੇ ਕਾਜ ਸਵਾਰਤਾ ਰਹਾ। ਆਰਤਾ ਦਾ ਅਰਥ ਆਰਤੀ ਨਹੀਂ ਹੈ। ਆਰਤਾ ਆਤਰ ਨੂੰ ਅਥਵਾ ਲੋੜਵੰਦ ਗਰੀਬੜੇ ਨੂੰ ਕਹਿੰਦੇ ਹਨ, ਪਰ ਜਿਨ੍ਹਾਂ ਗੁਰਬਾਣੀ ਨੂੰ ਆਪਣੀ ਮਰਜ਼ੀ ਨਾਲ ਵਰਤਣਾ ਹੁੰਦਾ ਹੈ, ਉਹਨਾਂ ਨੂੰ ਠੀਕ ਅਰਥਾਂ ਨਾਲ ਕੀ ਵਾਸਤਾ। ਇਸ ਪੂਰੇ ਸ਼ਬਦ ਦੀ ਵਿਸਥਾਰ ਸਹਿਤ ਵਿਚਾਰ ਪੁਸਤਕ ਦੇ ਦੂਜੇ ਭਾਗ ਦੇ ਦੂਜੇ ਕਾਂਡ ਦੇ ਭਗਤਾਂ ਦੀ ਮੰਗ ਲੇਖ ਵਿੱਚ ਕੀਤੀ ਹੋਈ ਹੈ। ਧਨਾਸਰੀ ਰਾਗ ਵਿੱਚ ਹੀ ਇੱਕ ਸ਼ਬਦ ਸ੍ਰੀ ਸੈਣ ਜੀ ਦਾ ਹੈ, ਜੋ ਆਰਤੀ ਦੇ ਹੀ ਸੰਬੰਧ ਵਿੱਚ ਹੈ। ਉਸ ਤੋਂ ਵੀ ਬੜਾ ਭੁਲੇਖਾ ਪਾਇਆ ਜਾ ਰਿਹਾ ਹੁੰਦਾ ਹੈ। ਉਹ ਪੂਰਾ ਸ਼ਬਦ ਇਸ ਪ੍ਰਕਾਰ ਹੈ, ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰਨੇ ਜਾਉ ਕਮਲਾਪਤੀ, ਮੰਗਲਾ ਹਰ ਮੰਗਲਾ, ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ। ਊਤਮ ਦੀਅਰਾ ਨਿਰਮਲ ਬਾਤੀ, ਤੂੰ ਹੀ ਨਿਰੰਜਨ ਕਮਲਾ ਪਾਤੀ, ਰਾਮਾ ਭਗਤ ਰਾਮਾਨੰਦ ਜਾਣੇ, ਪੂਰਨ ਪਰਮਾਨੰਦ ਬਖਾਨੇ, ਮਦਨ ਮੂਰਤ ਪੈ ਤਾਰ ਗੋਬਿੰਦੇ, ਸੈਣ ਭਣੇ ਭਜ ਪਰਮਾਨੰਦੇ। ਪੰਨਾ 695। ਵਿਪਰੀ ਅਡੰਬਰ ਦੀ ਪੁਸ਼ਟੀ ਵਿੱਚ ਗੁਰੂ ਸ਼ਬਦ ਵਿੱਚ ਵੀ ਕਿਤੇ ਨਹੀਂ ਮਿਲਦੀ। ਅਬਚਲ ਨਗਰ ਹਜੂਰ ਸਾਹਿਬ ਵਿਖੇ ਦੀਵੇ ਜਗਾ ਕੇ ਆਰਤੀ ਕੀਤੇ ਜਾਣ ਸਮੇਂ ਦਸਮ ਗ੍ਰੰਥ ਵਿਚਲੇ ਚੰਡੀ ਚਰਿੱਤਰ ਪਹਿਲੇ ਦੇ ਸਵਈਏ, ਸੰਖਨ ਕੀ ਧੁਨ ਘੰਟਨ ਕੀ ਕਰ, ਫੂਲਨ ਕੀ ਬਰਖਾ ਬਰਖਾਵੇਂ, ਆਰਤੀ ਕੋਟ ਕਰੇ ਸੁਰ ਸੁੰਦਰ, ਪੇਖ ਪੁਰੰਦਰ ਕੇ ਬਲ ਜਾਵੇਂ, ਦਾਤਨ ਦਰਸ਼ਨ ਦੇ ਕੇ ਪ੍ਰਦਰਸ਼ਨ, ਭਾਲ में कुंकन अक्षत लावे, होत कुलाहल देवपुरी मिल, देवन के कुल मंगल गावे। ਪੜ੍ਹ ਕੇ ਸੰਖ ਵਜਾਉਂਦੇ, ਘੰਟੇ ਖੜਕਾਉਂਦੇ ਹੋਏ ਫੁੱਲਾਂ ਦੀ ਵਰਖਾ ਕਰਦੇ ਹਨ। ਇਸ ਸਵਈਏ ਦਾ ਪਿਛੋਕੜ ਇਸ ਪ੍ਰਕਾਰ ਹੈ। ਬ੍ਰਾਹਮਣੀ ਗ੍ਰੰਥਾਂ ਦੀ ਲਿਖਤ ਵਾਲੀ ਕਥਿਤ ਦੇਵੀ ਦੁਰਗਾ ਦੈਂਤਾਂ ਦੇ ਸਰਦਾਰ ਮਹਿਖਾਸੁਰ ਦੈਂਤ ਨੂੰ ਮਾਰ ਕੇ ਦੇਵਤਿਆਂ ਦੇ ਰਾਜੇ ਇੰਦਰ ਦਾ ਤਖਤ ਉਸ ਦੇ ਹਵਾਲੇ ਕਰਕੇ ਆਪ ਅਲੋਪ ਹੋ ਗਈ। ਮਗਰੋਂ ਇੰਦਰ ਦੇ ਪੁਨਰ ਰਾਜ ਤਿਲਕ ਸਮੇਂ ਦੇਵਤਿਆਂ ਨੇ ਭਗਵਾਨ ਇੰਦਰ ਦੀ ਆਰਤੀ ਕੀਤੀ। ਇਸ ਸਵਈਏ ਵਿੱਚ ਉਸ ਆਰਤੀ ਦਾ ਜ਼ਿਕਰ ਹੈ। ਭਾਵ ਰਾਜੇ ਇੰਦਰ ਦੀ ਉਸਤਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤੀ ਜਾ ਰਹੀ ਹੁੰਦੀ ਹੈ। ਖਾਲਸਾ ਪੰਥ ਵਿੱਚ ਆਰਤੀ ਦੇ ਪ੍ਰਚਾਰ ਦੇ ਕਾਰਨ ਭਾਈ ਕਾਨ ਸਿੰਘ ਜੀ ਨਾਭਾ ਦੀ ਕਲਮ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਪ੍ਰਸਿੱਧ ਸਿੱਖ ਮੰਦਰਾਂ ਵਿੱਚ ਸਿੱਖ ਪੁਜਾਰੀ ਗ੍ਰੰਥੀ ਸ਼ਾਂਤੀ ਨਾਲ ਨਹੀਂ ਰਹਿ ਸਕਦੇ ਸਨ, ਕਿਉਂਕਿ ਉਸ ਵੇਲੇ ਦੇ ਅਨਿਆਈ ਹਾਕਮ ਸਿੰਘਾਂਪੁਰ ਭਾਰੀ ਸਖਤੀ ਕਰਦੇ ਸੀ। ਬਹੁਤ ਗੁਰਦੁਆਰਿਆਂ ਦੀ ਸੇਵਾ ਉਸ ਸਮੇਂ ਉਦਾਸੀ ਸਾਧੂਆਂ ਨੇ ਸਾਂਭ ਲਈ, ਜਿਨ੍ਹਾਂ ਨੇ ਪੜੋਸੀ ਹਿੰਦੂਆਂ ਨੂੰ ਪ੍ਰਸੰਨ ਕਰਕੇ ਭੇਟਾ ਲੈਣ ਲਈ ਸਤਿਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੋਂ ਵਿਰੁੱਧ ਹਿੰਦੂ ਪੂਜਾ ਸਿੱਖ ਮੰਦਰਾਂ ਵਿੱਚ ਪ੍ਰਚਲਿਤ ਕਰ ਦਿੱਤੀ। ਇਸ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨ ਕਰਮਚਾਰੀ ਡੋਗਰੇ ਅਰ ਬ੍ਰਾਹਮਣ ਨੇ ਉਸ ਦੀ ਹੋਰ ਪੁਸ਼ਟੀ ਕਰਕੇ
ਬੇਅੰਤ ਕੁਰੀਤੀਆਂ ਦਾ ਪ੍ਰਚਾਰ ਕਰ ਦਿੱਤਾ, ਜੈਸੇ ਕਿ ਦੀਵੇ ਮਚਾ ਕੇ ਆਰਤੀ ਕਰਨੀ, ਟਿੱਕੇ ਲਾਉਣੇ, ਕਿਵਾੜ ਬੰਦ ਜਾਂ ਪਰਦਾ ਕਰਕੇ ਪ੍ਰਸ਼ਾਦ ਦਾ ਭੋਗ ਲਾਉਣਾ, ਨਗਾਰੇ ਦੀ ਥਾਂ ਘੰਟਿਆਂ ਦੀ ਕਨਕੋਰ ਲਾਉਣੀ, ਗੁਰੂ ਸਾਹਿਬਾਨ ਦੇ ਜਨਮ ਦਿਨ ਪਰ ਬਾਲ ਭੋਗ ਟਿੱਕੀ ਪ੍ਰਸ਼ਾਦ ਬਣਾਉਣਾ ਅਤੇ ਆਦਿਕ। ਅਸੀਂ ਹੈਰਾਨ ਹਾਂ ਉਹਨਾਂ ਭਾਈਆਂ ਦੀ ਬੁੱਧ ਪਰ ਜੋ ਮੂੰਹੋਂ ਦੀਵਿਆਂ ਦੀ ਆਰਤੀ ਦੇ ਖੰਡਨ ਰੂਪ ਸ਼ਬਦ ਪੜ੍ਹਦੇ ਹਨ ਅਤੇ ਹੱਥਾਂ ਨਾਲ ਦੀਵੇ ਅਰਥਾਤ ਗੁਰੂ ਸ਼ਬਦ ਵਿਰੁੱਧ ਕਿਰਿਆ ਕਰਦੇ ਹਨ। ਗੁਰਮਤਿ ਮਾਰਤੰਡ ਸਫਾ 70। ਸਤਿਗੁਰਾਂ ਦੀ 200 ਸਾਲ ਤੋਂ ਵੱਧ ਦੀ ਸਾਧਨਾ ਦੁਆਰਾ ਪ੍ਰਾਪਤ ਹੋਈ ਖਾਲਸੇ ਦੀ ਨਿਆਰੀ ਨੁਹਾਰ ਦਾ ਕੇਵਲ ਮਾਤਰ ਵੈਰੀ ਬ੍ਰਾਹਮਣ ਹੀ ਸੀ। ਬ੍ਰਾਹਮਣੀ ਰੀਤ ਦਾ ਹਥਿਆਰ ਵਰਤ ਕੇ ਉਸ ਨੇ ਬੁੱਧ ਧਰਮ ਦਾ ਸਫਾਇਆ ਕੀਤਾ ਸੀ। ਉਹੀ ਰੀਤ ਖਾਲਸਾ ਪੰਥ ਵਿੱਚ ਵਾੜ ਦੇਣ ਲਈ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਕਾਹਲਾ ਪੈ ਰਿਹਾ ਸੀ। ਖਾਲਸਾ ਜੀ ਨੂੰ ਸਿਆਸੀ ਔਕੜਾਂ ਵਿੱਚ ਫਸਾਉਣ ਦਾ ਸਭ ਤੋਂ ਵੱਡਾ ਹੱਥ ਵੀ ਪੁਰੋਹਿਤ ਦਾ ਹੀ ਸੀ। ਗੁਰਬਾਣੀ ਦਾ ਪਾਠੀ ਬਣਨਾ ਤੇ ਕਿਤੇ ਰਿਹਾ, ਉਹ ਤਾਂ ਨਾਨਕ ਨਾਮ ਵਰਤ ਕੇ ਬਾਣੀ ਲਿਖ ਕੇ ਗੁਰੂ ਬਾਣੀ ਵਿੱਚ ਰਲੇ ਵੀ ਪਾ ਹਟਿਆ ਸੀ। ਚਲਾਕ ਬਿਪਰ ਹਰ ਪੱਖੋਂ ਤਿਆਰ ਬੈਠਾ ਢੁਕਵੇਂ ਮੌਕੇ ਦੀ ਤਾੜ ਵਿੱਚ ਸੀ। ਉਦਾਸੀਆਂ ਤੋਂ ਮਗਰੋਂ ਬੜੀ ਸਫਾਈ ਨਾਲ ਨਿਰਮਲੇ ਸਾਧ ਨੂੰ ਵੀ ਪੰਥ ਦਾ ਅੰਗ ਬਣਾ ਲਿਆ ਗਿਆ। ਜਦੋਂ ਹੀ ਖਾਲਸਾ ਜੀ ਜੰਗਲਾਂ ਦਾ ਵਾਸੀ ਹੋ ਜਾਣ ਤੇ ਮਜਬੂਰ ਹੋਇਆ, ਉਦਾਸੀਆਂ ਨਿਰਮਲਿਆਂ ਅਤੇ ਮਹੰਤਾਂ ਦੇ ਰੂਪ ਵਿੱਚ ਨੀਚ ਪੁਰੋਹਿਤ ਸਿੱਖੀ ਦੇ ਧਰਮ ਅਸਥਾਨਾਂ ਦਾ ਸੰਚਾਲਕ ਆ ਬਣਿਆ। ਸਿੱਖੀ ਦਾ ਨਿਆਰਾ ਸਿਧਾਂਤ ਅਥਵਾ ਨਿਆਰੀ ਮਰਜ਼ਾਦਾ ਅਜਿਹੇ ਢੰਗ ਨਾਲ ਵਿਗਾੜਨੀ ਆਰੰਭੀ ਕਿ ਵਿਪਰਨ ਕੀ ਰੀਤ ਨੂੰ ਹੀ ਗੁਰਮਤਿ ਬਣਾ ਦਿੱਤਾ। ਘਟ ਘਟ ਸੰਪਟ ਹੈ ਰੇ ਜਾਕਾ, ਅਭੰਗ ਸਭਾ ਸੰਗ ਹੈ ਸਾਧਾ, ਆਰਤੀ ਕੀਰਤਨ ਸਦਾ ਆਨੰਦ, ਮਹਿਮਾ ਸੁੰਦਰ ਸਦਾ ਬੇਅੰਤ। ਪੰਨਾ 393। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 14ਵਾਂ, ਤੀਜੇ ਕਾਂਡ ਦਾ 13ਵਾਂ ਭਾਗ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।